ਹੈਲੋ एवरीवन ਵੈਲਕਮ ਟੂ ਕੈਮਿਸਟਰੀ ਰੀਅਲ। ਅੱਜ ਬੇਟੇ ਆਪਾਂ ਕਲਾਸ +2 ਦਾ ਐਕੂਰੇਟ ਬੁੱਕ ਦੇ ਵਿੱਚੋਂ ਦੀ ਸੈਂਪਲ ਪੇਪਰ ਨੰਬਰ 3 ਕਰਨਾ ਹੈ। ਸੋ ਇਸ ਦੀ PDF ਬੇਟਾ ਪਹਿਲਾਂ ਹੀ ਤੁਹਾਡੇ ਕੋਲੇ ਪਹੁੰਚ ਚੁੱਕੀ ਹੈ ਤੇ ਇਨਸਟਰਕਸ਼ਨਸ ਪਿਛਲੇ 2 ਪੇਪਰਸ ਦੇ ਸੋਲੂਸ਼ਨਸ ਦੇ ਵਿੱਚ ਮੈਂ ਕਲੀਅਰ ਕਰ ਦਿੱਤੀਆਂ ਹੈ ਤੇ ਆਈ ਹੋਪ ਬੇਟਾ ਕਿ ਤੁਸੀਂ ਪ੍ਰੈਕਟਿਸ ਪੇਪਰ 3 ਸੋਲਵ ਕਰ ਚੁੱਕੇ ਹੋ। ਆਨਸਰਸ ਨੂੰ ਰੀਚੈਕ ਕਰਨ ਦੇ ਲਈ ਮੈਂ ਇਹ ਵੀਡੀਓ ਅਪਲੋਡ ਕਰ ਰਹੀ ਹਾਂ। ਸੋ ਇਨਸਟਰਕਸ਼ਨਸ ਦੇ ਵਿੱਚ ਬੇਟੇ ਇੱਕ ਵਾਰੀ ਫਿਰ ਦੇਖ ਲਓ ਕਿ ਕੁਐਸਚਨ ਨੰਬਰ 1 ਦੇ ਵਿੱਚ 28 ਆਬਜੈਕਟਿਵ ਟਾਈਪ ਕੁਐਸਚਨਸ ਹੋਣਗੇ ਆਫ 1 ਮਾਰਕ ਈਚ ਔਰ ਫਿਰ 10 ਕੁਐਸਚਨ ਹੋਣਗੇ ਬੇਟੇ ਜਿਹੜੇ ਕਿ 2 ਮਾਰਕਸ ਈਚ ਹੋਣਗੇ। ਉਸ ਦੇ ਬਾਅਦ 4 ਕੁਐਸਚਨਸ 3 ਮਾਰਕਸ ਈਚ ਹੋਣਗੇ। ਦੈਨ 2 ਸਵਾਲ ਬੇਟਾ ਹੋਣਗੇ 5 ਮਾਰਕਸ ਵਾਲੇ। ਸੋ ਆਨਸਰਸ ਇਸ ਤਰ੍ਹਾਂ ਹੈ। ਸਭ ਤੋਂ ਪਹਿਲਾਂ ਸੈਕਸ਼ਨ A ਦੇ ਵਿੱਚ ਜਿਹੜਾ ਫਰਸਟ ਕੁਐਸਚਨ ਹੈ ਉਹਦੇ 28 ਸਬ ਪਾਰਟਸ ਹੈ। ਪਹਿਲੇ ਸਬ ਪਾਰਟ ਦਾ ਆਨਸਰ ਜਿੰਦੇ 'ਚ ਆਪਾਂ ਨੂੰ ਪੁੱਛਿਆ ਗਿਆ ਹੈ ਕਿ ਕਿੰਨੀਆਂ ਟੈਟਰਾਹੈਡਰਲ ਤੇ ਕਿੰਨੀਆਂ ਆਕਟਾਹੈਡਰਲ ਹੋਲਸ ਹੋਣਗੇ ਹੈਗਜ਼ਾਗਨਲ ਪ੍ਰਿਮਿਟਿਵ ਯੂਨਿਟ ਸੈੱਲ 'ਚ। ਸੋ ਬੇਟੇ ਇੱਥੇ ਆਪਸ਼ਨ B ਕਰੈਕਟ ਹੈ 12 ਐਂਡ 6। ਜੇ ਤੁਸੀਂ ਧਿਆਨ ਨਾਲ ਦੇਖੋਗੇ ਬੇਟਾ ਤਾਂ ਕੁਐਸਚਨ ਪੇਪਰ ਤੇ ਥੋੜਾ ਗਲਤ ਟਾਈਪ ਹੋਇਆ 6 ਐਂਡ 12। ਆਨਸਰ ਹੋਣਾ ਚਾਹੀਦਾ 12 ਐਂਡ 6। ਸੈਕਿੰਡ ਕੁਐਸਚਨ ਦੇ ਵਿੱਚ ਬੇਟੇ ਆਪਣੇ ਕੋਲੇ ਜਿਹੜਾ ਕਰੈਕਟ ਆਨਸਰ ਹੈ ਪੋਜ਼ਿਟਿਵ ਡਿਵੀਏਸ਼ਨ ਦਿਖਾਉਣ ਵਾਲਾ ਸੋਲੂਸ਼ਨ ਮਿਨੀਮਮ ਬੋਇਲਿੰਗ ਏਜ਼ੀਓਟੋਪ ਬਣਾਉਂਦਾ ਹੈ। ਥਰਡ ਕੁਐਸਚਨ ਦੇ ਵਿੱਚ ਕਿਹੜੀ ਕੋਲੀਗੇਟਿਵ ਪ੍ਰੋਪਰਟੀ ਹੈ? ਇਟ ਇਜ਼ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਦੈਨ ਆਪਣੇ ਕੋਲੇ ਫੋਰਥ ਕੁਐਸਚਨ ਆਂਦਾ ਹੈ ਜਿੰਦੇ 'ਚ ਆਪਾਂ ਯੂਨਿਟਸ ਆਫ KB ਦੱਸਣੇ ਹੈ। ਸੋ A ਆਪਸ਼ਨ ਇੱਥੇ ਕਰੈਕਟ ਹੈ। ਫਿਫਥ ਕੁਐਸਚਨ ਦੇ ਵਿੱਚ ਮੋਲਟਨ NaCl ਕਿਸ ਕਰਕੇ ਇਲੈਕਟ੍ਰਿਸਿਟੀ ਕੰਡਕਟ ਕਰ ਪਾਉਂਦਾ ਹੈ? C ਆਪਸ਼ਨ ਫ੍ਰੀ ਆਇਨਸ ਕਰਕੇ। ਹੁਣ ਬੇਟਾ ਆਪਾਂ ਆਨਸਰਸ ਦੇਣੇ ਹੈ ਇੱਕ ਪੈਰਾ ਨੂੰ ਪੜ੍ਹ ਕੇ। ਸੋ ਪਹਿਲਾ ਸਵਾਲ ਹੈ ਐਡਜ਼ੋਰਪਸ਼ਨ ਕੀ ਹੁੰਦੀ ਹੈ? ਬੇਟੇ ਜਦੋਂ ਸਰਫੇਸ ਆਫ ਸੋਲਿਡ ਦੇ ਉੱਤੇ ਗੈਸਿਸ ਐਕਿਊਮੂਲੇਟ ਕਰ ਜਾਂਦੀਆਂ ਹੈ ਤਾਂ ਉਹਨੂੰ ਕਿਹਾ ਜਾਂਦਾ ਹੈ ਐਡਜ਼ੋਰਪਸ਼ਨ। So accumulation of gases on surface of solid. Then which adsorption is known as activated adsorption? ਬੇਟਾ ਇੱਥੇ ਦੇਖੋ ਆ ਲਾਈਨ ਲਿਖੀ ਹੋਈ ਹੈ ਕਿ ਕੈਮੀਕਲ ਐਡਜ਼ੋਰਪਸ਼ਨ ਨੂੰ ਅਸੀਂ ਐਕਟੀਵੇਟਡ ਐਡਜ਼ੋਰਪਸ਼ਨ ਕਹਿੰਦੇ ਹਾਂ। ਉਸ ਦੇ ਬਾਅਦ ਕੰਡੀਸ਼ਨਸ ਆਫ ਟੈਂਪਰੇਚਰ ਜਿਹੜੀਆਂ ਕਿ ਫਿਜ਼ੀਕਲ ਐਡਜ਼ੋਰਪਸ਼ਨ ਨੂੰ ਫੇਵਰ ਕਰਦੀਆਂ। ਇਸ ਪੈਰਾ ਦੀ ਸੈਕਿੰਡ ਲਾਸਟ ਲਾਈਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਫਿਜ਼ੀਕਲ ਐਡਜ਼ੋਰਪਸ਼ਨ ਨੂੰ ਲੋ ਟੈਂਪਰੇਚਰ ਫੇਵਰ ਕਰਦਾ ਹੈ। ਐਡਜ਼ੋਰਪਸ਼ਨ ਦੀਆਂ ਕਿੰਨੀਆਂ ਟਾਈਪਸ ਹੁੰਦੀਆਂ? ਦੋ ਟਾਈਪਸ ਹੁੰਦੀਆਂ ਹੈ ਫਿਜ਼ੀਕਲ ਐਂਡ ਕੈਮੀਕਲ ਐਡਜ਼ੋਰਪਸ਼ਨ। ਅਗਲਾ ਕੁਐਸਚਨ ਹੈ ਕਿ ਕਿਹੜੀਆਂ ਟਾਈਪ ਦੀਆਂ ਫੋਰਸਿਸ ਐਗਜ਼ਿਸਟ ਕਰਦੀਆਂ ਫਿਜ਼ੀਕਲ ਐਡਜ਼ੋਰਪਸ਼ਨ ਦੇ ਵਿੱਚ? ਤਾਂ ਆਨਸਰ ਹੈ ਵੀਕ ਵੈਂਡਰਵਾਲ ਫੋਰਸਿਸ। ਪੈਰੇ ਦੀ ਟੌਪ ਸੈਕਿੰਡ ਲਾਈਨ 'ਚ ਦਿੱਤਾ ਗਿਆ ਹੈ। ਨੈਕਸਟ ਕੁਐਸਚਨ Which of the following element has maximum electron gain enthalpy? बेटे आंसर है क्लोरीन दी इलेक्ट्रॉन गेन एंथैल्पी सारे हैलोजेंस चों ज़्यादा होंदी है। नेक्स्ट क्वेश्चन ਕਿਹੜਾ ਸਾਰਿਆਂ ਦੇ ਵਿੱਚੋਂ ਦੀ ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ ਹੋਏਗਾ? D ਆਪਸ਼ਨ ਫਲੋਰੀਨ। ਦੈਨ ਇਹਨਾਂ ਚੋਂ ਕਿਹੜਾ ਆਪਟੀਕਲ ਆਈਸੋਮਰਿਜ਼ਮ ਨਹੀਂ ਸ਼ੋ ਕਰੇਗਾ? C ਆਪਸ਼ਨ। ਦੈਨ ਅਗਲਾ ਕੁਐਸਚਨ ਹੈ ਵਰਨਰ ਥਿਊਰੀ ਦੇ ਅਕੋਰਡਿੰਗਲੀ ਕਿਹੜੀ ਚੀਜ਼ ਟਰੂ ਹੈ? ਪਹਿਲੀ ਆਪਸ਼ਨ ਕਿ ਪ੍ਰਾਇਮਰੀ ਵੈਲੈਂਸੀਜ਼ ਆਰ ਆਇਨਾਈਜ਼ੇਬਲ, ਇਹ ਟਰੂ ਹੈ। ਨੈਕਸਟ ਕੁਐਸਚਨ ਹੈ which of the following compound will react with sodium hydroxide solution in water? ਆਨਸਰ ਹੈ ਫੀਨੋਲ। ਨੈਕਸਟ ਕੁਐਸਚਨ strongest acid among the following? ਫੋਰਮਿਕ ਐਸਿਡ ਬੇਟਾ ਸਟਰੋਂਗਰ ਹੁੰਦਾ ਹੈ। ਤੇ ਅਗਲੇ ਸਵਾਲ ਦੇ ਵਿੱਚ ਸਮੋਲੈਸਟ pKa ਵੈਲਿਊ ਮਤਲਬ ਸਟਰੋਂਗੈਸਟ ਐਸਿਡ ਪੁੱਛਿਆ ਗਿਆ ਬੇਟਾ, ਇਹ ਚੀਜ਼ ਯਾਦ ਰੱਖਣੀ ਹੈ। ਸੋ ਸਟਰੋਂਗੈਸਟ ਐਸਿਡ ਇਹਨਾਂ ਦੇ ਵਿੱਚੋਂ ਦੀ ਹੈ ਫੋਰਮਿਕ ਐਸਿਡ। ਨੈਕਸਟ ਹੈ ਟਰੂ ਫਾਲਸ ਪੁੱਛਿਆ ਗਿਆ ਹੈ ਐਸੀਟੈਲਡੀਹਾਈਡ ਨੂੰ ਰਿਡਿਊਸ ਕਰਕੇ ਇਥੇਨ ਬਣਾਈ ਜਾਂਦੀ ਹੈ ਇਨ ਪ੍ਰੈਜ਼ੈਂਸ ਆਫ ਲਿਥੀਅਮ ਐਲੂਮੀਨੀਅਮ ਹਾਈਡਰਾਈਡ। ਬੇਟਾ ਇਹ ਫਾਲਸ ਹੈ ਕਿਉਂਕਿ ਸਾਡੇ ਕੋਲੇ ਐਲਕੋਹਲਸ ਬਣਨਗੇ ਨਾ ਕਿ ਈਥੇਨ। ਸੋ ਇਸ ਦੇ ਬਾਅਦ ਅਗਲਾ ਕੁਐਸਚਨ ਹੈ ਕਿ ਯੂਰੀਆ ਨੂੰ ਹਾਈਡਰੋਲਾਈਜ਼ ਕੌਣ ਕਰਦਾ ਹੈ? ਆਨਸਰ ਹੈ ਯੂਰੀਏਜ਼ ਐਂਜ਼ਾਈਮ। Next question, aniline is prepared in presence of FeHCl from nitrobenzene.
नेक्स्ट क्वेश्चन च फिर ट्रू फॉल्स है कि रिडक्शन ऑफ नाइट्रोबेंजीन विद लिथियम एल्यूमिनियम हाइड्राइड गिव्स एनिलिन। बेटे हुणे आपां ये सवाल देख रहे हैं भी लिथियम एल्यूमिनियम हाइड्राइड नहीं बल्कि आयरन HCl। सो ये स्टेटमेंट अपने कोले फॉल्स है। नेक्स्ट क्वेश्चन कि जिहड़ा ग्लाइकोजन है वो ब्रांच्ड चेन पॉलीमर है तो इस तरह की लिंकेज जिहड़ी है वो अमाइलोपैक्टिन च हुंदी है C1N4 C1N6। नैक्सट क्वेश्चन कि इन्हां दे विच्चों दी एनोमर्स किहड़े हैं। सो बेटा इत्थे C ऑप्शन करैक्ट ऑप्शन है। एनोमैरिक कार्बन पहली कार्बन ते असीं देखदे हैं भी इन्हां दो स्ट्रक्चर्स दे विच इन दीज टू स्ट्रक्चर्स देयर इज डिफरेंस इन ओनली फस्ट कार्बन नंबर 1 दे आले दुआले जिहड़ा OH है वो सज्जे ते खब्बे फर्क है, सिर्फ आ चीज़ च फर्क है, बाकी सारा स्ट्रक्चर दोनों सेम है। सो दिस इज दी पेयर ऑफ एनोमर्स। एनोमर्स वो होंगे हैं बेटे जिहड़े C1 ते सिर्फ डिफर करन सज्जे और खब्बे च, बाकी सेम होन। देन नेक्स्ट क्वेश्चन डेफिशिएंसी ऑफ विटामिन लीड्स टू मैनी डिजीजेस। हाँ जी ठीक है बेटा, ट्रू है स्टेटमेंट। विच ऑफ द फॉलोइंग इज अ कोपॉलीमर। आंसर है ब्यूना S। नेक्स्ट क्वेश्चन कोपॉलीमर्स कैन बी फॉर्म्ड बोथ इन एडिशन एंड कंडेंसेशन। हाँ जी बेटा ये ट्रू है। नेक्स्ट क्वेश्चन है कि ਕਿਹੜੇ ਸਬਸਟੈਂਸਸ ਸੈਂਟਰਲ ਨਰਵਸ ਸਿਸਟਮ ਨੂੰ ਅਫੈਕਟ ਕਰਦੇ ਆ ਤੇ ਸਲੀਪ ਇੰਡਿਊਸ ਕਰਦੇ ਆ। ਆਨਸਰ A ਆਪਸ਼ਨ ਟ੍ਰੈਂਕਲਾਈਜ਼ਰ। लास्ट 28th पार्ट है ओमीप्रेजोल एंड एनसोप्रोजोल आर मोस्ट इफेक्टिव एंटासिड ड्रग्स। हाँ जी ये ट्रू है बेटा, दिस इज ट्रू। सो हुण बेटा अपने कोले आंदे हैं 2 मार्क्स एंड 3 मार्क्स 5 मार्क्स क्वेश्चंस। इन्हां च बेटे जिन्ने न्यूमैरिकल्स हैं वो आपां करने हैं। सो फर्स्ट ऑफ ऑल क्वेश्चन नंबर 2 देखते हैं कि एलीमेंट E क्रिस्टलाइज हो रहा है बॉडी सेंटर्ड स्ट्रक्चर च, एज लेंथ दिती हुई है, डेंसिटी दिती है, एटॉमिक मास कैलकुलेट करना है। सो इत्थे बेटे तुहाडे सामने Z जिहड़ा है वो 2A मीटर्स च दिती है, उन्होंने सेंटीमीटर्स च कन्वर्ट कर लेना है। दैन डेंसिटी का फॉर्मूला दिता होया है, उहदे च आपां वैल्यू पुट करके मोलर मास कढ लैंदे हैं। ਇੱਥੇ बेटा अगले और पार्ट ਦੇ ਵਿੱਚ ਪੁੱਛਿਆ ਗਿਆ है PQR ਜਿਹੜੇ ਹੈ ਉਹ P ਐਟਮ ਕਾਰਨਰਸ ਤੇ Q ਐਟਮ ਸੈਂਟਰ 'ਚ ਤੇ R ਐਟਮ ਸੈਂਟਰ ਆਫ ਐਜ। ਸੋ ਕਾਰਨਰਸ ਤੇ ਕੰਟਰੀਬਿਊਸ਼ਨ ਹੁੰਦੀ ਹੈ 1/8, ਸੈਂਟਰ 'ਚ ਬੇਟੇ 1 ਐਟਮ ਹੋਏਗਾ, ਐਜ ਸੈਂਟਰ ਤੇ ਬੇਟਾ ਕੰਟਰੀਬਿਊਸ਼ਨ ਹੋਏਗੀ 1/4। ਸੋ ਐਜਸ ਹੁੰਦੇ ਆ 12। ਸੋ ਇਸ ਤਰੀਕੇ ਨਾਲ ਆਪਣੇ ਕੋਲੇ PQR3 ਫਾਰਮੂਲਾ ਬਣ ਜਾਏਗਾ। दैन अगला जिहड़ा न्यूमैरिकल क्वेश्चन है वो है क्वेश्चन नंबर 4। इहदे च आपां नूं बेंजीन दा बॉइलिंग पॉइंट दिता होया है 1.8 ग्राम जिहड़ा सल्यूट डिजोल्व किया गया है 90 ग्राम बेंजीन दे विच ते बॉइलिंग पॉइंट जिहड़ा है वो 354.11 कैल्विन हो गया। KB बेंजीन वास्ते आपां नूं इत्थे गिवन है, आपां मोलर मास कैलकुलेट करना है। सो बेटा अपने कोले TB0 WB WA TB KB ये सारिया चीज़ां दित्तियां हुई हैं, ठीक है जी। सो आपां सब तो पहला ये देखते हैं कि कितनी एलिवेशन आई। सो एलिवेशन आई है 1.88 कैल्विन दी। इस एलिवेशन नूं बेटा आपां फॉर्मूला च पुट कर दिंने हाँ ते मोलैलिटी दे फॉर्मूला दे विचों दी इत्थों दी MB जिहड़ा है वो आपां कैलकुलेट कर लेना है। सो आंसर आ जाता है 26.73। इसी का और पार्ट जिहड़ा है कि कमर्शली अवेलेबल सैंपल ऑफ सल्फ्यूरिक एसिड इज 15% H2SO4 बाय वेट, डेंसिटी दिती हुई है। सो मोलैरिटी कैलकुलेट करनी है बेटे। 15% का मतलब की हुंदा है, 15% का मतलब है कि 15 ग्राम सल्फ्यूरिक एसिड नूं घोल के पानी च सल्यूशन का भार जिहड़ा है 100 ग्राम बन गया। डेंसिटी गिवन आपां नूं, तो वॉल्यूम जड़ा है मास अपॉन डेंसिटी तो निकल आएगा। सो वॉल्यूम जड़ा अपने को आ गया 90.91 मिलीलीटर। सो आपां बेटा अगे फॉर्मूले च मोलैरिटी दे फॉर्मूले च वैल्यू पुट कर दिन्ने हैं तो अपने को जड़ा मोलर मास है सॉरी मोलैरिटी है जिहड़ी 1.68 मोल पर लीटर आ जाती है, ठीक है जी। सो इस दे बाद बेटे जो आपां क्वेश्चन नंबर 5 देखते हैं उत्थे
ਸਟੇਟਮੈਂਟ ਦੇ ਵਿੱਚ ਆਪਾਂ ਨੂੰ ਹਾਫ ਲਾਈਫ ਪੀਰੀਅਡ ਕੈਲਕੂਲੇਟ ਕਰਨ ਨੂੰ ਕਿਹਾ ਗਿਆ ਹੈ ਤੇ ਰੇਟ ਕਾਂਸਟੈਂਟ k 200 ਪਰ ਸੈਕਿੰਡ ਦਿੱਤਾ ਹੋਇਆ ਹੈ। ਸੋ ਫਾਰਮੂਲਾ ਆਪਾਂ ਨੂੰ ਕਲੀਅਰ ਹੈ ਤੇ ਵੈਲਿਊ ਪੁੱਟ ਕਰਾਂਗੇ ਤਾਂ ਇਹਨੂੰ ਸੋਲਵ ਕਰਕੇ ਬੇਟਾ ਆਪਣਾ ਆਨਸਰ ਆ ਜਾਏਗਾ। ਇਹਦੇ ਔਰ ਪਾਰਟ 'ਚ ਦੇਖੋ ਇੱਕ ਰਿਐਕਸ਼ਨ ਦੇ ਦੋ ਸਟੈਪ ਦਿੱਤੇ ਹੈ ਤੇ ਆ ਆਪਣੇ ਕੋਲੇ ਓਵਰਆਲ ਰਿਐਕਸ਼ਨ ਹੈ। ਆਪਾਂ ਨੂੰ ਕਿਹਾ ਗਿਆ ਹੈ ਇਹਦਾ ਰੇਟ ਐਕਸਪ੍ਰੈਸ਼ਨ ਆਰਡਰ ਤੇ ਯੂਨਿਟ ਆਫ ਰੇਟ ਕਾਂਸਟੈਂਟ ਲਿਖੋ। ਸੋ ਜਿਹੜਾ ਸਲੋ ਸਟੈਪ ਹੁੰਦਾ ਹੈ ਬੇਟਾ ਉਹ ਐਕਚੁਅਲੀ ਰੇਟ ਡਿਟਰਮਿਨਿੰਗ ਸਟੈਪ ਹੁੰਦਾ ਹੈ। ਸੋ ਰੇਟ ਦੇ ਵਿੱਚ ਆ ਦੋਨੋਂ ਰਿਐਕਟੈਂਟ ਦੀਆਂ ਕੰਸੈਂਟਰੇਸ਼ਨਸ ਆ ਜਾਣਗੀਆਂ। ਆਰਡਰ ਜਿਹੜਾ ਹੈ ਇਹਨੂੰ ਤੇ ਇਹਨੂੰ ਐਡ ਕਰਕੇ 1 + 1 2 ਬਣ ਜਾਏਗਾ। ਸੋ ਸੈਕਿੰਡ ਆਰਡਰ ਵਾਸਤੇ k ਦੇ ਜਿਹੜੇ ਯੂਨਿਟਸ ਹੈ ਦੇ ਆਰ ਲੀਟਰ ਪਰ ਮੋਲ ਪਰ ਸੈਕਿੰਡ। ਸੋ ਨੈਕਸਟ ਆ ਜਾਂਦਾ ਹੈ 6ਵਾਂ ਕੁਐਸਚਨ ਕਿ ਫਲਕਸ ਕੀ ਹੁੰਦਾ ਹੈ। ਬੇਟੇ ਜਿਹੜੀ ਵੀ ਚੀਜ਼ ਅਸੀਂ ਗੈਂਗ ਨੂੰ ਯਾਨੀ ਇੰਪਿਓਰਿਟੀਜ਼ ਨੂੰ ਰਿਮੂਵ ਕਰਨ ਲਈ ਐਡ ਕਰਦੇ ਹਾਂ ਉਹਨੂੰ ਫਲਕਸ ਕਹਿੰਦੇ ਆ ਤੇ ਫਲਕਸ ਜਿਹੜਾ ਗੈਂਗ ਨਾਲ ਮਿਲ ਕੇ ਫਿਊਜ਼ੀਬਲ ਮਟੀਰੀਅਲ ਬਣਾ ਦੇਗਾ ਜਿਹਨੂੰ ਅਸੀਂ ਸਲੈਗ ਕਹਿੰਦੇ ਹਾਂ। ਸੋ ਆਪਣੇ ਕੋਲੇ ਵੈਰੀ ਇੰਪੋਰਟੈਂਟ ਕੁਐਸਚਨ 7th ਕੁਐਸਚਨ ਕਿ ਬੇਸਿਸਿਟੀ ਆਫ H3PO4। ਬੇਟੇ ਦਿਸ ਇਜ਼ ਬੇਸਿਸਿਟੀ ਇਹਦੀ ਹੋਏਗੀ 3। ਇਹਨੂੰ ਅਸੀਂ ਟ੍ਰਾਈਪ੍ਰੋਟਿਕ ਕਹਿੰਦੇ ਆ ਕਿਉਂਕਿ 3 ਪ੍ਰੋਟੋਨ ਜਿਹੜਾ ਹੈ ਪਾਣੀ 'ਚ ਇਹ ਰਿਲੀਜ਼ ਕਰੇਗਾ। ਸੋ ਇਹਦਾ ਸਟਰਕਚਰ ਕੀ ਹੈ ਕਿ ਫਾਸਫੋਰਸ ਦੇ ਉੱਤੇ ਬੇਟਾ ਇੱਕ ਤਾਂ ਡਬਲ ਬੌਂਡ O ਹੈ ਤੇ 3 ਜਿਹੜੇ ਹੈ ਹਾਈਡਰੋਕਸਿਲ ਗਰੁੱਪ ਲੱਗੇ ਹੈ। ਜਿਹੜੇ ਹਾਈਡਰੋਕਸਿਲਸ ਦੇ ਵਿੱਚ ਹਾਈਡਰੋਜਨਸ ਹੈ ਇਹ ਹਾਈਡਰੋਜਨਸ ਤਿੰਨੋਂ ਆਇਨਾਈਜ਼ੇਬਲ ਹੈ। ਸੋ 3 ਇਜ਼ ਦੀ ਬੇਸਿਸਿਟੀ। ਨੈਕਸਟ ਕੁਐਸਚਨ ਦੇ ਵਿੱਚ ਟ੍ਰਾਂਜੀਸ਼ਨ ਮੈਟਲਸ ਐਲੋਏ ਕਿਉਂ ਬਣਾਉਂਦੀ ਹੈ ਕਿਉਂਕਿ ਟ੍ਰਾਂਜੀਸ਼ਨ ਮੈਟਲਸ ਦੇ ਜਿਹੜੇ ਸਾਈਜ਼ਸ ਹੈ ਤਕਰੀਬਨ ਉਹ ਮਿਲਦੇ ਜੁਲਦੇ ਹੁੰਦੇ ਹੈ। ਨੈਕਸਟ ਬੇਟੇ ਆਪਣੇ ਕੋਲੇ IUPAC ਨੇਮਿੰਗ ਹੈ। ਸੋ ਇਹ ਇੱਥੇ ਤੁਹਾਡੇ ਸਾਹਮਣੇ ਦੋ ਨਾਮ ਦਿੱਤੇ ਗਏ ਹੈ। 10th ਕੁਐਸਚਨ ਦੇ ਵਿੱਚ ਬੇਟਾ ਡਿਸਟਿੰਗੁਇਸ਼ ਕਰਨਾ ਹੈ ਐਸੀਟੈਲਡੀਹਾਈਡ ਐਂਡ ਬੈਂਜ਼ੈਲਡੀਹਾਈਡ ਦੇ ਵਿੱਚ ਤਾਂ ਆਨਸਰ ਹੋਏਗਾ ਫੈਲਿੰਗ ਸੋਲਿਊਸ਼ਨ ਟੈਸਟ ਦੇਣਾ। ਇਸ ਦੇ ਬਾਅਦ ਬੇਟਾ ਆਪਣੇ ਕੋਲੇ ਸੈਕਸ਼ਨ C ਦੇ ਵਿੱਚ ਜਿਹੜਾ ਨੂਮੈਰੀਕਲ ਕੁਐਸਚਨ ਹੈ 12th ਕੁਐਸਚਨ 0.25 ਮੋਲਰ ਸੋਲਿਊਸ਼ਨ ਦੀ ਰੈਜ਼ਿਸਟੈਂਸ ਦਿੱਤੀ ਹੋਈ ਹੈ 75 ਓਮ। ਆਪਾਂ ਲੈਮਡਾ m ਕੈਲਕੂਲੇਟ ਕਰਨਾ ਹੈ ਜਿਹੜੀ ਲੈਂਥ ਹੈ 1.8 ਸੈਂਟੀਮੀਟਰ ਐਂਡ ਏਰੀਆ 3.6 ਸੈਂਟੀਮੀਟਰ ਸਕੁਆਇਰ ਹੈ। ਆਪਣੇ ਕੋਲੇ ਜੋ ਦਿੱਤੀਆਂ ਗਈਆਂ ਚੀਜ਼ਾਂ ਹੈ ਆਪਾਂ ਪਹਿਲਾਂ ਉਹ ਇੱਕ ਪਾਸੇ ਨੋਟ ਕਰ ਲੈਂਦੇ ਹਾਂ ਤੇ ਲੈਮਡਾ m ਦੇ ਫਾਰਮੂਲੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡੇ ਕੋਲੇ ਕੱਪਾ ਹੈ ਨਹੀਂ। ਸੋ ਕੱਪਾ ਆਪਾਂ 1 ਰੋ ਦੇ ਨਾਲ ਕੈਲਕੂਲੇਟ ਕਰਦੇ ਹਾਂ ਤਾਂ ਵੈਲਿਊਜ਼ ਜਿਹੜੀਆਂ ਪੁੱਟ ਕਰਾਂਗੇ ਤਾਂ ਆਪਣੇ ਕੋਲੇ ਕੱਪਾ ਦੀ ਵੈਲਿਊ 1/150 ਆ ਜਾਂਦੀ ਹੈ। ਸੋ ਲੈਮਡਾ m ਦੇ ਫਾਰਮੂਲੇ ਦੇ ਵਿੱਚ 1/150 ਪੁੱਟ ਕਰਕੇ ਸਾਡਾ ਆਨਸਰ 26.8 ਸਾਈਮਨ ਸੈਂਟੀਮੀਟਰ ਸਕੁਆਇਰ ਪਰ ਮੋਲ ਆ ਜਾਏਗਾ। ਸੋ ਇੱਥੇ ਆਪਾਂ ਲੈਮਡਾ m ਫਾਈਂਡ ਆਊਟ ਕਰਨੀ ਸੀ ਜੋ ਕਿ ਆਪਣਾ ਆਨਸਰ ਨਿਕਲ ਆਇਆ। ਨੈਕਸਟ ਕੁਐਸਚਨ ਜਿਹੜਾ ਹੈ ਇਸੇ ਦਾ ਔਰ ਪਾਰਟ ਹੈ ਤੇ ਇਹ ਆਪਾਂ ਨੂੰ ਬੇਟਾ ਨਰਨਸਟ ਇਕੁਏਸ਼ਨ ਤੇ ਸਵਾਲ ਪੁੱਛਿਆ ਗਿਆ ਹੈ। ਨਰਨਸਟ ਇਕੁਏਸ਼ਨ ਦੇ ਲਈ ਬੇਟਾ ਆਪਾਂ ਨੂੰ ਸਾਰਾ ਕੁਝ ਸਮਝ ਆ ਜਾਂਦਾ ਹੈ ਸਿਰਫ ਆ ਚੀਜ਼ ਸਮਝਣੀ ਕਿ ਕਿੰਨੇ ਨੰਬਰ ਆਫ ਇਲੈਕਟ੍ਰੋਨਸ ਆਨੇ ਹੈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੁੰਦੀ ਹੈ। ਹੁਣ ਇਸ ਇਕੁਏਸ਼ਨ ਦੇ ਵਿੱਚ ਦੇਖੋ ਐਲੂਮੀਨੀਅਮ is being converted into aluminium 3 positive ਤੇ ਜਿਹੜਾ iron 2 positive ਹੈ that is being converted into iron। ਐਲੂਮੀਨੀਅਮ ਨੇ 3 ਇਲੈਕਟ੍ਰੋਨ ਲੂਜ਼ ਕੀਤੇ ਬਟ ਆਇਰਨ ਨੇ 2 ਗੇਨ ਕੀਤੇ। ਸੋ ਕਿੰਨੇ ਇਲੈਕਟ੍ਰੋਨ ਇਹਨਾਂ ਨੇ ਐਕਸਚੇਂਜ ਕੀਤੇ 2 ਐਲੂਮੀਨੀਅਮਸ ਨੇ 6 ਇਲੈਕਟ੍ਰੋਨ ਕਰਨੇ ਤੇ 3 Fe2 ਪੋਜ਼ਿਟਿਵ ਇਹਨਾਂ 6 ਇਲੈਕਟ੍ਰੋਨਸ ਨੂੰ ਗੇਨ ਕਰ ਲੈਣਗੇ। ਸੋ ਆਪਣੇ ਕੋਲ ਜਿਹੜੀ N ਹੈ that will be 6। ਕੰਸੈਂਟ੍ਰੇਸ਼ਨ ਵੈਲਿਊਜ਼ ਦੇ ਉੱਤੇ ਬੇਟਾ ਐਲੂਮੀਨੀਅਮ ਦੇ ਉੱਤੇ ਸਟੋਇਕਿਓਮੈਟ੍ਰਿਕ ਕੋਐਫੀਸ਼ੀਐਂਟ 2 ਹੈ ਸੋ ਸਕੁਆਇਰ ਆਣਾ ਹੈ। ਇਸੇ ਤਰ੍ਹਾਂ Fe2 ਪੋਜ਼ਿਟਿਵ ਦੇ ਉੱਤੇ ਕਿਊਬ ਆਣਾ ਹੈ। ਸੋ ਆਨਸਰ ਜਿਹੜਾ ਹੈ ਆਪਣੇ ਕੋਲੇ 1.2091 ਯਾਨੀ ਕਿ ਤਕਰੀਬਨ 1.21 ਵੋਲਟ ਅਸੀਂ ਇਹਨੂੰ ਲਿਖ ਸਕਦੇ ਹਾਂ। ਇਹ ਸਾਡਾ ਆਨਸਰ ਬਣ ਜਾਏਗਾ। 13th ਕੁਐਸਚਨ ਦੇ ਵਿੱਚ ਬੇਟੇ ਆਪਾਂ ਨੂੰ ਦੱਸਿਆ ਗਿਆ ਹੈ ਕਿ ਜਿਹੜੀ ਰਿਐਕਸ਼ਨ ਹੈ ਉਹ 20% ਕੰਪਲੀਟ ਹੋ ਜਾਂਦੀ ਹੈ 20 ਮਿੰਟਸ ਦੇ ਵਿੱਚ। ਕਿੰਨਾ ਸਮਾਂ ਲਏਗੀ ਕਿ 80% ਕੰਪਲੀਟ ਹੋ ਜਾਏ। ਸੋ 20% ਦਾ ਮਤਲਬ ਕੀ ਹੁੰਦਾ ਹੈ ਕਿ x 20 ਹੈ a 100 ਹੈ। ਸੋ k ਦੇ ਵਿੱਚ ਆਪਾਂ ਵੈਲਿਊਜ਼ ਪੁੱਟ ਕਰਕੇ 20% ਦੇ ਵਾਸਤੇ 20 ਮਿੰਟਸ ਜਿੱਥੇ ਲੱਗ ਰਹੇ ਹੈ k ਆ ਜਾਂਦਾ ਆਪਣੇ ਕੋਲੇ 0.01116। ਹੁਣ 80% ਦਾ ਕੀ ਮਤਲਬ ਹੈ
a ਇਜ਼ ਇਕੁਅਲ ਟੂ 100 ਐਂਡ x ਇਜ਼ ਇਕੁਅਲ ਟੂ 80। ਸੋ ਇੱਥੋਂ ਦੀ ਬੇਟੇ ਆਪਾਂ ਸੇਮ ਫਾਰਮੂਲੇ ਦੇ ਵਿੱਚ k ਵਿਲ ਰਿਮੇਨ ਸੇਮ, ਵੈਲਿਊ ਪੁੱਟ ਕਰਕੇ ਆਪਣਾ ਟਾਈਮ ਜਿਹੜਾ ਹੈ ਦੈਟ ਇਜ਼ 144.25 ਮਿੰਟਸ। ਬੇਟੇ ਇਸ ਦੇ ਬਾਅਦ ਜਿਹੜੇ ਕੁਐਸਚਨਸ ਹੈ 5 ਮਾਰਕਸ ਔਰ 3 ਮਾਰਕਸ ਵਾਲੇ ਬੇਟਾ ਇਹ ਪਹਿਲਾਂ ਹੀ ਕਰਵਾਏ ਜਾ ਚੁੱਕੇ हैं ਤੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਅੱਛੀ ਤਰ੍ਹਾਂ ਆਉਂਦੇ ਹੈ। ਸੋ ਵਿਸ਼ ਯੂ ਆਲ ਦੀ ਵੈਰੀ ਬੈਸਟ। ਥੈਂਕਸ ਫॉर ਵਾਚਿੰਗ।